गुड मॉर्निंग स्टूडेंट्स ਅੱਜ ਆਪਾਂ ਹੁਣ ਆਪਣੀ ਅੱਗੇ ਸਟੱਡੀ ਕੀ ਹੈ ਕੰਟੀਨਿਊ ਕਰਦੇ ਹਾਂ। ਤੁਸੀਂ ਮੈਨੂੰ ਬੁੱਕਸ ਦੇ ਸਿਲੇਬਸ ਬਾਰੇ ਪੁੱਛ ਰਹੇ ਹੋ ਕਿ ਕਿਹੜੇ ਵੀ ਜਿਹੜੇ ਨਵੇਂ ਬੱਚਿਆਂ ਨੇ ਐਡਮਿਸ਼ਨ ਕਰਵਾ ਲਈ, ਜਿਵੇਂ ਉਹ ਟੱਚ ਵਿੱਚ ਨਹੀਂ ਸੀ ਤਾਂ ਉਹਨਾਂ ਨੂੰ ਪਤਾ ਨਹੀਂ ਕਿ ਕਿਹੜੀ ਬੁੱਕ ਪ੍ਰੈਫਰ ਕੀਤੀ ਹੈ ਅਤੇ ਜਾਂ ਕਿੰਨਾ ਸਿਲੇਬਸ ਹੋ ਗਿਆ। ਠੀਕ ਹੈ, ਮਤਲਬ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਬੁੱਕਸ 'ਤੇ ਜੋ ਆਪਣਾ ਸਿਲੇਬਸ ਹੁਣ ਤੱਕ ਹੋ ਚੁੱਕਾ ਵੈ ਉਹ ਥੋੜ੍ਹਾ ਜਿਹਾ ਦੱਸੂੰਗੀ। ਉਸ ਤੋਂ ਬਾਅਦ ਫਿਰ ਆਪਾਂ ਆਪਣਾ ਅੱਗੇ ਕੰਟੀਨਿਊ ਕਰਾਂਗੇ। ਠੀਕ ਹੈ, ਜੇ ਹੁਣ ਤੁਸੀਂ ਦੇਖੋ ਪਲੱਸ ਆਰਟਸ ਦੇ ਬੱਚੇ ਚਾਹੇ ਕਮਰਸ ਦੇ ਬੱਚੇ ਹੋ, ਠੀਕ ਹੈ, ਤੁਸੀਂ ਬੁੱਕ ਚਾਹੇ TR ਜੈਨ ਦੀ ਲੈ ਲਓ, ਇੰਦਰ ਕੁਮਾਰ ਦੀ ਲੈ ਲਓ, ਕਲੈਨੀ ਪਬਲਿਸ਼ਰ ਦੀ, ਚਾਹੇ ਯੂਨੀਮੈਕਸ ਦੀ ਲੈ ਲਓ, ਕੋਈ ਵੀ ਬੁੱਕ ਤੁਸੀਂ ਕੀ ਹੈ ਪ੍ਰੈਫਰ ਕਰ ਸਕਦੇ ਹੋ। ਤਿੰਨੇ ਹੀ ਬੁੱਕਸ ਆਪਣੇ ਆਪ ਦੇ ਵਿੱਚ ਸਫੀਸ਼ੀਐਂਟਸ ਨੇ ਅਤੇ ਸਿਲੇਬਸ ਕੰਪਲੀਟ ਕਰਦੀਆਂ ਨੇ। ਹੁਣ ਜੇ ਤੁਸੀਂ TR ਜੈਨ ਦੀ ਬੁੱਕ ਲੈ ਰਹੇ ਹੋ ਤਾਂ ਨਿਊ ਐਡੀਸ਼ਨ ਦੇ ਅਕੋਰਡਿੰਗ, ਨਿਊ ਸਿਲੇਬਸ ਦੇ ਅਕੋਰਡਿੰਗ ਜੋ ਤੁਹਾਡੀ ਬੁੱਕ ਆਈ ਹੈ ਉਹਦਾ ਫਰੰਟ ਪੇਜ ਇਸ ਤਰ੍ਹਾਂ ਦਾ ਹੋਏਗਾ। TR ਜੈਨ ਦੀ ਜੇ ਤੁਸੀਂ ਬੁੱਕ ਲੈ ਰਹੇ ਹੋ ਤਾਂ ਤੁਹਾਡੇ ਜਿਹੜੀ ਤੁਹਾਡੀ ਬੁੱਕ ਦਾ ਸਿਲੇਬਸ ਹੈ ਉਹ 2 ਪਾਰਟਸ ਦੇ ਵਿੱਚ ਕੀ ਹੈ ਡਿਵਾਈਡ ਹੋਇਆ ਹੈ। ਠੀਕ ਹੈ, ਪਹਿਲੀ ਬੁੱਕ ਤੁਸੀਂ ਆ ਹੋਏਗੀ ਤੁਹਾਡੀ ਸਟੈਟਿਕਸ ਫॉर ਇਕਨੋਮਿਕ ਐਂਡ ਪੰਜਾਬ ਇਕੋਨਮੀ ਹੋਏਗੀ, ਯਾਨੀ ਕਿ ਇਸ ਬੁੱਕ ਦੇ ਵਿੱਚ ਜਿਹੜੀ ਫਸਟ ਬੁੱਕ ਹੈ ਉਹਦੇ ਵਿੱਚ ਤੁਹਾਡਾ ਸਟੈਟਿਕਸ ਵੀ ਆਏਗਾ ਅਤੇ ਪੰਜਾਬ ਇਕੋਨਮੀ ਆਏਗੀ। ਠੀਕ ਹੈ, ਅਤੇ ਨਾਲ ਹੀ ਤੁਹਾਡੀ ਇੱਕ ਦੂਸਰੀ ਬੁੱਕ ਹੈ ਮਾਈਕਰੋ ਇਕਨੋਮਿਕਸ। ਠੀਕ ਹੈ, ਇਹ TR ਜੈਨ ਦੀ ਬੁੱਕ ਦੇ ਫਰੰਟ ਪੇਜ ਨੇ। ਜੇ ਤੁਸੀਂ TR ਜੈਨ ਦੀ ਬੁੱਕ ਲੈ ਰਹੇ ਹੋ ਤਾਂ ਤੁਹਾਨੂੰ ਆ ਦੋਵੇਂ ਬੁੱਕਸ ਕੀ ਹੈ ਲੈਣੀਆਂ ਪੈਣਗੀਆਂ। ਠੀਕ ਹੈ, ਹੁਣ ਜੇ ਤੁਸੀਂ ਇੰਦਰ ਕੁਮਾਰ ਦੀ ਬੁੱਕ ਲੈ ਰਹੇ ਹੋ ਤਾਂ ਇੰਦਰ ਕੁਮਾਰ ਦੀ ਇੱਕੋ ਹੀ ਬੁੱਕ ਹੈ, ਇੱਕੋ ਹੀ ਬੁੱਕ ਦੇ ਵਿੱਚ ਤੁਹਾਡੇ ਸਿਲੇਬਸ ਦੇ ਤਿੰਨੇ ਪਾਰਟਸ ਨੂੰ ਕੀ ਹੈ ਉਹ ਕਵਰ ਕਰਦੀ ਹੈ, ਤਾਂ ਉਹਦਾ ਫਰੰਟ ਕਵਰ ਇਸ ਤਰ੍ਹਾਂ ਦਾ ਹੋਏਗਾ। ਠੀਕ ਹੈ, 4 ਕਲਾਸ +1 ਇਕਨੋਮਿਕਸ। ਅਤੇ ਯੂਨੀਮੈਕਸ ਦੀ ਜੇ ਤੁਸੀਂ ਬੁੱਕ ਲੈ ਰਹੇ ਹੋ ਤਾਂ ਉਹ ਯੂਨੀਮੈਕਸ ਦੀ ਬੁੱਕ ਮੇਰੇ ਕੋਲ ਨਹੀਂ ਹੈ, ਅਤੇ ਪਰ ਤੁਸੀਂ ਨਿਊ ਐਡੀਸ਼ਨ ਦੇ ਅਕੋਰਡਿੰਗ ਦੇਖ ਕੇ ਤੁਸੀਂ ਉਹ ਬੁੱਕ ਲੈ ਲਿਓ, ਨਹੀਂ ਤਾਂ ਤੁਹਾਨੂੰ ਮੈਂ ਉਹਦਾ ਫਰੰਟ ਕਵਰ ਵੀ ਦਿਖਾ ਦਿੰਦੀ ਕਿਸ ਤਰ੍ਹਾਂ ਦਾ ਹੈ। ਕਲੀਅਰ। ਹੁਣ ਆਪਾਂ ਦੂਸਰੀ ਗੱਲ ਕਿ ਆਪਾਂ ਕਿਹੜੇ ਟੌਪਿਕਸ ਕਰ ਚੁੱਕੇ ਹਾਂ। ਠੀਕ ਹੈ, ਜੇ ਆਪਾਂ ਸਟੈਟਿਕਸ ਫॉर ਇਕਨੋਮੀ ਐਂਡ ਪੰਜਾਬ ਇਕੋਨਮੀ ਦੀ ਗੱਲ ਕਰੀਏ ਤਾਂ ਪੰਜਾਬ ਇਕੋਨਮੀ ਦਾ ਆਪਾਂ ਕੋਈ ਵੀ ਚੈਪਟਰ ਹਜੇ ਤੱਕ ਨਹੀਂ ਕੀਤਾ ਵੈ, ਅਤੇ ਸਟੈਟਿਕ ਫॉर ਇਕਨੋਮਿਕਸ ਜੋ ਬੁੱਕ ਆਪਾਂ ਹੁਣ ਕਰ ਰਹੇ ਹਾਂ। ਠੀਕ ਹੈ, ਆਪਾਂ ਇਹਦੇ ਵਿੱਚ ਫਸਟ ਚੈਪਟਰ ਕਰ ਲਿਆ, ਕੰਸੈਪਟ ਆਫ ਇਕਨੋਮਿਕਸ ਐਂਡ ਸਿਗਨੀਫਿਕੈਂਸ ਆਫ ਸਟੈਟਿਕਸ ਇਨ ਇਕਨੋਮਿਕਸ। ਦੂਸਰੀ ਬੁੱਕ ਪਾਰਟ ਆਪਾਂ ਲੈ ਕੀਤਾ ਚੈਪਟਰ ਕਲੈਕਸ਼ਨ ਆਫ ਡਾਟਾ। ਤੀਸਰਾ ਚੈਪਟਰ ਆਪਾਂ ਕਰ ਲਿਆ ਸੈਂਸਸ ਐਂਡ ਸੈਂਪਲ ਮੈਥਡਸ ਆਫ ਕਲੈਕਸ਼ਨ ਆਫ ਡਾਟਾ। ਜੇ ਤੁਹਾਨੂੰ ਵੀਡੀਓ ਦੇ ਵਿੱਚ ਲੈਸਨਸ ਨਹੀਂ ਵੀ ਕਲੀਅਰ ਹੋਣਗੇ ਤਾਂ ਮੈਂ ਬੋਲ ਵੀ ਰਹੀ ਹਾਂ, ਦੱਸ ਵੀ ਰਹੀ ਹਾਂ ਕਿ ਤੁਹਾਡੇ ਪਹਿਲੇ 3 ਚੈਪਟਰ ਹੋ ਗਏ, ਅਤੇ 4th ਚੈਪਟਰ ਜਿਹੜਾ ਤੁਹਾਡਾ ਹੈਗਾ ਆਰਗੇਨਾਈਜੇਸ਼ਨ ਆਫ ਡਾਟਾ, ਜੋ ਚੈਪਟਰ ਆਪਾਂ ਕਰ ਰਹੇ ਹਾਂ। ਠੀਕ ਹੈ, ਇਹ ਚੈਪਟਰ ਹਜੇ ਆਪਣਾ ਕੰਪਲੀਟ ਨਹੀਂ ਹੋਇਆ, ਆਪਾਂ ਕਰ ਰਹੇ ਹਾਂ। ਅਤੇ ਮਾਈਕਰੋ ਇਕਨੋਮਿਕ ਦੇ ਆਪਣੇ ਜਿਹੜੇ ਪਾਰਟ ਹੋ ਗਏ ਨੇ, ਜਿਹੜੇ ਲੈਸਨ ਆਪਾਂ ਕਰ ਚੁੱਕੇ ਨੇ ਉਹ ਕਿਹੜੇ ਨੇ, ਉਹ ਮੈਂ ਤੁਹਾਨੂੰ ਦਿਖਾਉਂਦੀ 1 ਮਿੰਟ। ਹਾਂਜੀ, ਇਹਦੇ ਵਿੱਚੋਂ ਆਪਾਂ ਕਰ ਚੁੱਕੇ ਹਾਂ ਸੈਂਟਰਲ ਪ੍ਰੋਬਲਮ ਆਫ ਐਨ ਇਕੋਨਮੀ, ਯਾਨੀ ਕਿ 2nd ਚੈਪਟਰ, 4th ਚੈਪਟਰ ਥਿਊਰੀ ਆਫ ਡਿਮਾਂਡ, ਅਤੇ 5th ਚੈਪਟਰ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਮਾਈਕਰੋ ਇਕਨੋਮਿਕਸ ਦੇ ਆਪਾਂ 3 ਚੈਪਟਰ ਕਰ ਲਿਆ, ਸੈਂਟਰਲ ਪ੍ਰੋਬਲਮ ਆਫ ਐਨ ਇਕੋਨਮੀ, ਥਿਊਰੀ ਆਫ ਡਿਮਾਂਡ, ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਠੀਕ ਹੈ, ਹੁਣ ਆਪਾਂ ਆਪਣਾ ਕੀ ਹੈ ਸਿਲੇਬਸ ਦਾ ਜਿਹੜਾ ਲੈਸਨ ਆਪਣਾ ਸਟਾਰਟ ਸੀ, ਜਿਹੜਾ ਲੈਸਨ ਆਪਣਾ ਵਿੱਚ ਰਹਿ ਗਿਆ ਸੀ, ਉਸੇ ਲੈਸਨ ਨੂੰ ਆਪਾਂ ਕੀ ਹੁਣ ਕੰਪਲੀਟ ਕਰਦੇ ਹਾਂ ਅੱਗੇ, ਯਾਨੀ ਕਿ ਆਪਾਂ 4th ਚੈਪਟਰ ਕਰ ਰਹੇ ਹਾਂ ਆਰਗੇਨਾਈਜੇਸ਼ਨ ਆਫ ਡਾਟਾ। ਕਲੀਅਰ। ਹਾਂਜੀ, ਆਪਾਂ ਕਰ ਰਹੇ ਸੀ ਆਰਗੇਨਾਈਜੇਸ਼ਨ ਆਫ ਡਾਟਾ। ਹਾਂ, ਇੱਕ ਗੱਲ ਹੋਰ, ਜੇ ਤੁਸੀਂ ਬੁੱਕਸ ਦੇ ਵਿੱਚ ਕਨਫਿਊਜ਼ ਹੋ ਗਏ, 3 ਬੁੱਕਸ ਨੇ, ਤਾਂ ਤੁਸੀਂ ਐਂ ਕਰ ਸਕਦੇ ਹੋ ਕਿ ਜਿਹੜੇ ਆਰਟਸ ਵਾਲੇ ਬੱਚੇ ਨੇ ਉਹ TR ਜੈਨ ਦੀ ਬੁੱਕ ਨੂੰ ਪ੍ਰੈਫਰ ਕਰ ਲਓ। ਠੀਕ ਹੈ, ਅਤੇ ਜਿਹੜੇ ਹੈਗੇ ਨੇ ਕਮਰਸ ਦੇ ਬੱਚੇ ਉਹ ਚਾਹੇ ਇੰਦਰ ਕੁਮਾਰ ਦੀ ਬੁੱਕ ਲੈ ਲਓ, ਚਾਹੇ ਯੂਨੀਮੈਕਸ ਦੀ ਬੁੱਕ ਲੈ ਲਓ। ਦੋਨੋਂ ਬੁੱਕਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਦੋਵੇਂ ਬਸ ਸਿਰਫ ਇੱਕ ਲੈਂਗੁਏਜ ਦਾ ਫਰਕ ਹੁੰਦਾ ਵੈ, ਟੋਪਿਕ ਕੋਈ ਨਹੀਂ। ਕਿਸੇ ਦਾ ਲਿਖਣ ਦਾ ਵੇ ਕਿਵੇਂ ਹੁੰਦਾ, ਕਿਸੇ ਦਾ ਕਿਵੇਂ ਹੁੰਦਾ ਵੈ, ਅਤੇ ਬੁੱਕਸ ਦੋਵੇਂ ਆਪਣੇ ਆਪ 'ਚ ਵਧੀਆ ਨੇ। ਠੀਕ ਹੈ, ਕਲੀਅਰ। ਚਲੋ ਹੁਣ ਆਪਾਂ ਚੈਪਟਰ ਦੇ ਵਿੱਚ ਪਹਿਲਾਂ ਪਿਛਲਾ ਥੋੜ੍ਹਾ ਜਿਹਾ ਰਿਵਾਈਜ਼ ਕਰ ਲਈਏ ਕਿ ਚੈਪਟਰ ਦੇ ਵਿੱਚ ਆਪਾਂ ਪੜ੍ਹਿਆ ਕੀ ਸੀ, ਤਾਂ ਜੋ ਤੁਹਾਨੂੰ ਅੱਗੇ ਕਰਨ ਦੇ ਵਿੱਚ ਪ੍ਰੋਬਲਮ ਨਾ ਆਵੇ। ਆਰਗੇਨਾਈਜੇਸ਼ਨ ਆਫ ਡਾਟਾ ਦੇ ਵਿੱਚ ਆਪਾਂ ਕੀਤਾ ਸੀ ਕਿ ਡਾਟੇ ਨੂੰ ਕਿਵੇਂ ਆਰਗੇਨਾਈਜ਼ ਕਰਨਾ ਹੈ। ਜਦੋਂ ਆਪਾਂ ਸੈਂਸਸ ਮੈਥਡ, ਸੈਂਪਲ ਮੈਥਡ ਦੇ ਥਰੂ ਡਾਟੇ ਨੂੰ ਕਲੈਕਟ ਕਰ ਲੈਂਦੇ ਹਾਂ ਤਾਂ ਕੁਛ ਇਸ ਤਰ੍ਹਾਂ ਦਾ ਡਾਟਾ ਵੀ ਆਪਣੀ ਜਿਹੜੀ ਹੈਗਾ ਵੈ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਆ ਜਾਂਦਾ ਵੈ, ਜੋ ਕਿ ਅਨਸੈਂਸਰੀ ਹੁੰਦਾ ਵੈ, ਜੋ ਕਿ ਆਪਣੀ ਇਨਵੈਸਟੀਗੇਸ਼ਨ ਦੇ ਲਈ ਆਪਾਂ ਨੂੰ ਜਿੰਨੀ ਜ਼ਰੂਰਤ ਨਹੀਂ ਹੁੰਦੀ। ਤਾਂ ਹੁਣ ਆਪਾਂ ਕੀ ਹੈ ਜਿਹੜਾ ਰਫ ਡਾਟਾ ਆਪਾਂ ਕਲੈਕਟ ਕਰ ਲਿਆ ਵੈ, ਆਪਾਂ ਉਹਨੂੰ ਕੀ ਹੈ ਐਗਜ਼ਿਟ ਕਰਨਾ ਹੈ, ਅਤੇ ਜਿਹੜਾ ਸਿਰਫ ਆਪਾਂ ਨੂੰ ਲੋੜੀਂਦਾ ਡਾਟਾ ਵੈ, ਜਿਹੜਾ ਡਾਟਾ ਆਪਾਂ ਨੂੰ ਆਪਣੀ ਇਨਵੈਸਟੀਗੇਸ਼ਨ ਦੇ ਲਈ ਚਾਹੀਦਾ ਵੈ, ਆਪਾਂ ਉਹ ਸਿਰਫ ਉਹਨੂੰ ਕੀ ਹੈ ਐਡਿਟ ਕਰਨਾ ਵੈ। ਉਹਨੂੰ ਬੋਲਦੇ ਨੇ ਆਰਗੇਨਾਈਜੇਸ਼ਨ ਆਫ ਡਾਟਾ, ਜਾਂ ਜਿਹਨੂੰ ਕਹਿ ਸਕਦੇ ਹਾਂ ਆਪਾਂ ਕਲਾਸੀਫਾਈ ਕਰਨਾ, ਯਾਨੀ ਕਿ ਡਾਟਾਸ ਨੂੰ ਕੀ ਹੈ ਅਲੱਗ-ਅਲੱਗ ਪਾਰਟਸ ਦੇ ਵਿੱਚ ਇਸ ਤਰ੍ਹਾਂ ਡਿਵਾਈਡ ਕਰਨਾ ਕਿ ਆਪ ਨੂੰ ਈਜ਼ਲੀ ਕੀ ਹੈ ਉਹ ਸਮਝ ਆ ਜਾਏ। ਕਿਉਂਕਿ ਜਿਹੜਾ ਡਾਟਾ ਆਪਾਂ ਬਣਾਉਣਾ ਹੁੰਦਾ ਆਪਾਂ ਇਸ ਅਕੋਰਡਿੰਗ ਬਣਾਉਣਾ ਹੁੰਦਾ ਹੈ ਕਿ ਡਾਟਾ ਆਪ ਨੂੰ ਵੀ ਸਮਝ ਆ ਜਾਏ, ਜੇ ਕੋਈ ਦੂਸਰਾ ਪਰਸਨ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰੇ, ਸਮਝਣ ਦੀ ਕੋਸ਼ਿਸ਼ ਕਰੇ, ਤਾਂ ਉਹਨੂੰ ਵੀ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਹੋ ਜਾਵੇ। ਕਲੀਅਰ। ਠੀਕ ਹੈ, ਤਾਂ ਆਪਾਂ ਇਸ ਚੈਪਟਰ ਦੇ ਵਿੱਚ ਕਰ ਚੁੱਕੇ ਸੀਗੇ ਵਾਟ ਇਜ਼ ਕਲਾਸੀਫਿਕੇਸ਼ਨ। ਕਲਾਸੀਫਿਕੇਸ਼ਨ ਕੀ ਹੈ? ਠੀਕ ਹੈ, ਓਬਜੈਕਟਿਵ ਆਫ ਕਲਾਸੀਫਿਕੇਸ਼ਨ। ਇਹਦੀ ਜੇ ਕਿਸੇ ਬੱਚੇ ਨੂੰ ਜਿਹੜੇ ਨਿਊ ਸਟੂਡੈਂਟਸ ਆਏ ਨੇ, ਐਡਮਿਸ਼ਨ ਕਰਵਾਈ ਜਿਨ੍ਹਾਂ ਨੇ ਬਾਅਦ ਵਿੱਚ, ਜੇ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਨੇ ਵੀਡੀਓਜ਼ ਨਹੀਂ ਦੇਖੀਆਂ ਜਾਂ ਉਹਨਾਂ ਨੇ ਐਡਮਿਸ਼ਨ ਬਾਅਦ ਵਿੱਚ ਕਰਵਾਈ ਹੈ, ਤਾਂ ਉਹ ਮੈਨੂੰ ਮੈਸੇਜ ਕਰ ਦੇਣਗੇ, ਇਹ ਵੀਡੀਓ ਮੈਂ ਦੁਬਾਰਾ ਸੈਂਡ ਕਰ ਦੂੰਗੀ ਉਹਨਾਂ ਨੂੰ। ਠੀਕ ਹੈ, ਦੁਬਾਰਾ ਤੋਂ ਮੈਂ ਰਿਵਾਈਜ਼ ਨਹੀਂ ਕਰਵਾਉਂਗੀ ਕਿਉਂਕਿ ਵੀਡੀਓ ਵਿੱਚ ਪ੍ਰੋਪਰ ਮੇਰੇ ਕੋਲ ਹੈਗੀਆਂ ਨੇ, ਬਣੀਆਂ ਹੋਈਆਂ ਨੇ। ਜੇ ਕਿਸੇ ਨੂੰ ਲੱਗ ਰਿਹਾ ਤਾਂ ਮੈਨੂੰ ਮੈਸੇਜ ਕਰ ਦਿਓ, ਉਹਨੂੰ ਮੈਂ ਦੁਬਾਰਾ ਤੋਂ ਸੈਂਡ ਕਰ ਦੂੰਗੀ। ਠੀਕ ਹੈ, ਅੱਗੇ ਆਪਾਂ ਕਰੈਕਟਰਿਸਟਿਕਸ ਆਫ ਗੁੱਡ ਕਲਾਸੀਫਿਕੇਸ਼ਨ ਵੀ ਕਰ ਚੁੱਕੇ ਹਾਂ, ਬੇਸਿਸ ਆਫ ਕਲਾਸੀਫਿਕੇਸ਼ਨ ਕਰ ਚੁੱਕੇ ਹਾਂ, ਜਿਹਦੇ ਵਿੱਚ ਉਹਦੇ ਪਾਰਟਸ ਬਣੇ ਹੋਏ ਸੀਗੇ ਜਿਓਗ੍ਰਾਫਿਕਲੀ, ਕ੍ਰੋਨੋਲੋਜੀਕਲੀ, ਕੁਆਲੀਟੇਟਿਵ ਐਂਡ ਕੁਆਂਟੀਟੇਟਿਵ। ਇਹ ਟੋਪਿਕ ਆਪਾਂ ਕਰ ਚੁੱਕੇ ਹਾਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਕਰਨਾ ਸੀਗਾ ਹੁਣ ਚੈਪਟਰ ਕੰਸੈਪਟ ਆਫ ਵੇਰੀਏਬਲਸ, ਇਹ ਵੀ ਆਪਾਂ ਕਰ ਲਿਆ ਸੀਗਾ। ਅਤੇ ਹੁਣ ਆਪਾਂ ਅੱਗੇ ਅੱਜ ਕਰਾਂਗੇ ਟਾਈਪਸ ਰਾਹ ਡਾਟਾ। ਠੀਕ ਹੈ,
ਇਹਦੇ ਵਿੱਚ ਅੱਜ ਕਰਾਂਗੇ ਆਪਾਂ ਇੰਡੀਵਿਜੂਅਲ ਸੀਰੀ ਕਰਾਂਗੇ, ਡਿਸਕ੍ਰੀਟ ਸੀਰੀ ਕਰਾਂਗੇ ਤੇ ਕੰਟੀਨਿਊ ਸੀਰੀਜ਼ ਕਰਾਂਗੇ। ਠੀਕ ਹੈ, ਇਹ ਸਾਰਾ ਚੈਪਟਰ ਤੁਹਾਨੂੰ ਮੈਂ ਉਂਝ ਹੁਣ ਕਾਪੀਜ਼ 'ਤੇ ਕਰਵਾਉਂਗੀ ਤੇ ਤੁਹਾਨੂੰ ਈਜ਼ਲੀ ਸਮਝ ਆਉਂਦਾ ਜਾਏਗਾ ਕਿ ਕਰਨਾ ਕੀ ਹੈ। ਹਾਂਜੀ ਠੀਕ ਹੈ। ਹੁਣ 3 ਤਰ੍ਹਾਂ ਦੀ ਦੇਖੋ ਸੀਰੀਜ਼ ਹੁੰਦੀ ਹੈ, ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਤੋਂ ਬਾਅਦ ਜਦੋਂ ਆਪਾਂ ਮੇਨ, ਮਿਡਲ ਤੇ ਮੋਡ ਕਰਾਂਗੇ ਉਹਨਾਂ ਦੇ ਵਿੱਚ ਇਹ ਤਿੰਨੇ ਚੀਜ਼ਾਂ ਕੀ ਹੈ ਤੁਹਾਡੇ ਕੰਮ ਆਉਣਗੀਆਂ। ਪਹਿਚਾਣ ਹੁੰਦੀ ਹੈ, 3 ਸੀਰੀਜ਼ ਹੁੰਦੀਆਂ ਨੇ। ਇੱਕ ਹੁੰਦੀ ਹੈ ਇੰਡੀਵਿਜੂਅਲ ਸੀਰੀਜ਼, ਠੀਕ ਹੈ, ਦੂਸਰੀ ਹੁੰਦੀ ਹੈ ਡਿਸਕ੍ਰੀਟ ਸੀਰੀ, ਇੱਕ ਹੁੰਦੀ ਹੈ ਕੰਟੀਨਿਊ ਸੀਰੀਜ਼। ਠੀਕ ਹੈ, ਤਿੰਨਾਂ ਸੀਰੀਜ਼ ਦੇ ਵਿੱਚ ਕੀ ਪਹਿਚਾਣ ਆ, ਤਿੰਨਾਂ ਸੀਰੀਜ਼ ਨੂੰ ਆਪਾਂ ਦੇਖ ਕੇ ਦੱਸ ਸਕਦੇ ਹਾਂ ਕਿ ਇਹ ਕਿਹੜੀ ਸੀਰੀਜ਼ ਹੈ। ਠੀਕ ਹੈ, ਇੰਡੀਵਿਜੂਅਲ ਸੀਰੀ ਹੁੰਦੀ ਹੈ, ਡਿਸਕ੍ਰੀਟ ਸੀਰੀ ਹੁੰਦੀ ਹੈ ਤੇ ਇੱਕ ਹੁੰਦੀ ਹੈ ਕੰਟੀਨਿਊ ਸੀਰੀ ਹੁੰਦੀ ਹੈ। ਜਿਹੜੀ ਇੰਡੀਵਿਜੂਅਲ ਸੀਰੀਜ਼ ਹੁੰਦੀ ਹੈ ਉਹਦੇ ਵਿੱਚ ਤਾਂ ਸਿਰਫ ਆਪ ਨੂੰ ਆਈਟਮਸ ਹੀ ਦੱਸੀਆਂ ਹੁੰਦੀਆਂ ਨੇ, ਜਿਵੇਂ ਆਪ ਨੂੰ ਐਕਸ ਗਿਵਨ ਹੁੰਦੀ ਹੈ ਕਿ 5 10 15 20 25, ਸਿਰਫ ਜਿਵੇਂ ਆਪਾਂ ਨੂੰ ਮਾਰਕਸ ਕਹ ਲਓ ਇਹ ਗਿਵਨ ਹੁੰਦਾ ਹੈ ਕਿ ਕਿੰਨੇ ਸਟੂਡੈਂਟਸ ਨੇ ਕਿੰਨੇ ਮਾਰਕਸ obtain ਕੀਤੇ ਉਹ ਨਹੀਂ ਦੱਸਿਆ ਹੁੰਦਾ, ਜਾਣੀ ਕਿ ਜਿੰਦੇ ਵਿੱਚ ਸਿਰਫ ਆਪ ਨੂੰ ਆਈਟਮਸ ਹੀ ਦੱਸੀਆਂ ਹੋਣ। ਜਿਵੇਂ ਕੋਈ ਵੀ ਐਕਸ ਲੈ ਲਈ, ਕੋਈ ਵੀ ਕਮੋਟੇ ਨਾਮ ਹੈ ਐਕਸ, ਤਾਂ ਆਪ ਨੂੰ ਸਿਰਫ ਆਈਟਮ ਦੱਸੇ ਹੋਏ 5 10 15 20 25, ਇਹ ਹੁੰਦੀ ਹੈ ਇੰਡੀਵਿਜੂਅਲ ਸੀਰੀਜ਼। ਠੀਕ ਹੈ, ਹੁਣ ਜਿਹੜੀ ਡਿਸਕ੍ਰੀਟ ਸੀਰੀ ਹੈ ਉਹਦੇ ਵਿੱਚ ਨਾਲ ਸੀਰੀਜ਼ ਤਾਂ ਗਿਵਨ ਹੁੰਦੀ ਹੈ, ਆਈਟਮਸ ਤਾਂ ਗਿਵਨ ਹੁੰਦੀ ਹੈ, ਨਾਲ ਫ੍ਰੀਕੁਐਂਸੀ ਵੀ ਗਿਵਨ ਹੁੰਦੀ ਹੈ। ਫ੍ਰੀਕੁਐਂਸੀ ਮਤਲਬ ਕਿ ਤੁਹਾਡੀ ਕਲਾਸ ਦੇ ਵਿੱਚ ਕਿੰਨੇ ਸਟੂਡੈਂਟਸ ਨੇ ਜਿਨ੍ਹਾਂ ਨੇ 5 ਮਾਰਕਸ ਲਏ ਨੇ। 5 ਆਪਾਂ ਲੈ ਕੋਈ ਵੀ 3 ਸਟੂਡੈਂਟਸ ਨੇ। ਠੀਕ ਹੈ, ਪਹਿਲਾਂ ਆਪਾਂ ਇੱਕ ਫ੍ਰੀਕੁਐਂਸੀ ਮੈਂ ਲਿਖ ਦਿੰਦੀ ਹਾਂ 5 7 4 3, ਇਸ ਤਰ੍ਹਾਂ ਦਾ ਕੁਛ ਵੀ ਸਮਥਿੰਗ ਹੁੰਦਾ ਹੈ। ਠੀਕ ਹੈ, ਜਾਣੀ ਕਿ ਡਿਸਕ੍ਰੀਟ ਸੀਰੀ ਦੇ ਵਿੱਚ ਕੀ ਹੋ ਗਿਆ, ਐਕਸ ਵੀ ਗਿਵਨ ਹੁੰਦੀ ਹੈ ਤੇ ਤੁਹਾਨੂੰ ਨਾਲ ਫ੍ਰੀਕੁਐਂਸੀ ਵੀ ਗਿਵਨ ਹੁੰਦੀ ਹੈ। ਫ੍ਰੀਕੁਐਂਸੀ ਦਾ ਮਤਲਬ ਕੀ ਹੁੰਦਾ ਹੈ ਕਿ ਕਿੰਨੇ ਸਟੂਡੈਂਟਸ ਨੇ ਤੁਹਾਡੀ ਕਲਾਸ ਦੇ ਵਿੱਚ ਜਿਨ੍ਹਾਂ ਨੇ 5 ਮਾਰਕਸ obtain ਕੀਤੇ ਨੇ, 3 ਸਟੂਡੈਂਟਸ। ਠੀਕ ਹੈ, ਕਿੰਨੇ ਸਟੂਡੈਂਟਸ ਨੇ ਜਿਨ੍ਹਾਂ ਨੇ 10 ਮਾਰਕਸ obtain ਕੀਤੇ ਨੇ, 5। ਕਿੰਨੇ ਸਟੂਡੈਂਟਸ ਨੇ ਜਿਨ੍ਹਾਂ ਨੇ 50 ਮਾਰਕਸ obtain ਕੀਤੇ ਨੇ, 7। ਜਾਣੀ ਕਿ ਇਸ ਤਰ੍ਹਾਂ ਫ੍ਰੀਕੁਐਂਸੀ ਗਿਵਨ ਹੁੰਦੀ ਹੈ ਆਪ ਨੂੰ। ਕਲੀਅਰ, ਇਹ ਹੁੰਦੀ ਹੈ ਤੁਹਾਡੀ ਡਿਸਕ੍ਰੀਟ ਸੀਰੀ। ਅੱਗੇ ਆ ਗਿਆ ਕੰਟੀਨਿਊ ਸੀਰੀ। ਕੰਟੀਨਿਊ ਸੀਰੀਜ਼ ਕੀ ਹੁੰਦੀ ਹੈ, ਕੰਟੀਨਿਊ ਸੀਰੀ ਦੀ ਪਹਿਚਾਣ ਕੀ ਹੁੰਦੀ ਹੈ ਕਿ ਆਪ ਨੂੰ ਕਲਾਸ ਇੰਟਰਵਲ ਗਿਵਨ ਹੁੰਦੇ ਨੇ। ਜਦੋਂ ਤੱਕ ਕਲਾਸ ਇੰਟਰਵਲ ਗਿਵਨ ਹੋਣਗੇ ਤਾਂ ਆਪਾਂ ਸਮਝ ਜਾਵਾਂਗੇ ਕਿ ਕੰਟੀਨਿਊ ਸੀਰੀ ਹੈ। ਜੇ ਤਾਂ ਤੁਹਾਨੂੰ ਸਿਰਫ ਐਕਸ ਗਿਵਨ ਹੈ ਤਾਂ ਇਹਦਾ ਮਤਲਬ ਕਿਹੜੀ ਸੀਰੀ ਹੈ, ਇਹ ਇੰਡੀਵਿਜੂਅਲ ਸੀਰੀ ਹੈ। ਜੇ ਨਾਲ ਤੁਹਾਨੂੰ ਫ੍ਰੀਕੁਐਂਸੀ ਗਿਵਨ ਹੈ ਤਾਂ ਕਿਹੜੀ ਸੀਰੀ ਹੈ, ਡਿਸਕ੍ਰੀਟ ਸੀਰੀ ਹੈ। ਜੇ ਕੰਟੀਨਿਊ ਸੀਰੀ ਕੀ ਹੋਏਗੀ ਤਾਂ ਉਹਦੇ ਵਿੱਚ ਤੁਹਾਨੂੰ ਕਲਾਸ ਇੰਟਰਵਲ ਗਿਵਨ ਹੋਣਗੇ। ਕਲਾਸ ਇੰਟਰਵਲ ਮਤਲਬ ਕਲਾਸ ਇੰਟਰਵਲ CI ਪਰ ਸ਼ੋਰਟ ਫਾਰਮ ਦੇ ਵਿੱਚ ਲਿਖ ਲਿਆ 0 ਤੋਂ 5 5 ਤੋਂ 10 10 ਤੋਂ 15 15 ਤੋਂ 20 20 ਤੋਂ 25, ਬਸ ਇੰਨਾ ਕੁ ਲੈ ਲੈਂਦੇ ਹਾਂ ਡਾਟਾ। ਅਤੇ ਨਾਲ ਤੁਹਾਨੂੰ ਫ੍ਰੀਕੁਐਂਸੀ ਗਿਵਨ ਹੋਏਗੀ। ਫ੍ਰੀਕੁਐਂਸੀ 3 5 4 7 6 ਕੁਛ ਵੀ ਲੈ ਲਓ। ਠੀਕ ਹੈ, ਨਾਲ ਗਿਵਨ ਹੋਏਗੀ। ਜਾਣੇ ਕਿ ਇਹਦਾ ਮਤਲਬ ਕੀ ਹੋ ਗਿਆ ਕਿ ਤੁਹਾਡੀ ਕਲਾਸ ਦੇ ਵਿੱਚ 0 ਤੇ 5 ਦੇ ਵਿੱਚ ਕਿੰਨੇ ਬੱਚਿਆਂ ਦੇ ਨੰਬਰ ਆਏ ਨੇ, ਉਹ ਨੇ 3 ਬੱਚੇ। ਜਿਨ੍ਹਾਂ ਬੱਚੇ ਦੇ ਨੰਬਰ 5 ਤੋਂ 10 ਦੇ ਵਿੱਚ ਆਏ ਨੇ ਉਹ ਕਿੰਨੇ ਨੇ, 5। ਜ਼ਰੂਰੀ ਨਹੀਂ ਕਿ ਮਾਰਕਸ ਹੀ ਹੋਣਗੇ, ਹਾਈਟ ਵੀ ਹੋ ਸਕਦੀ ਹੈ, ਹਾਈਟ ਤਾਂ ਜਨ 5 ਦੇ ਵਿੱਚ ਨਹੀਂ ਹੁੰਦੀ, ਜਾਂ ਕੁਛ ਵੀ ਹੋ ਸਕਦਾ ਵੈ ਇਸ ਤਰ੍ਹਾਂ ਦਾ। ਠੀਕ ਹੈ, ਜਿਨ੍ਹਾਂ ਬੱਚੇ ਦੇ ਮਾਰਕਸ 10 ਤੋਂ 15 ਦੇ ਵਿੱਚ ਆਏ ਨੇ ਉਹ ਕਿੰਨੇ ਨੇ, 4। ਜਿਨ੍ਹਾਂ ਦੇ 15 ਤੋਂ 20 ਦੇ ਵਿੱਚ ਆਏ ਨੇ ਉਹ ਕਿੰਨੇ ਨੇ, 7। ਜਿਵੇਂ ਆਪਾਂ ਵੇਟ ਲੈ ਸਕਦੇ ਫਿਰ ਜ਼ਿਆਦਾ ਗਿਵਨ ਹੋਏਗਾ, 0 ਤੇ 5 ਦਾ ਵੇਟ ਤਾਂ ਨਹੀਂ ਨਾ ਹੁੰਦਾ ਗਾ, ਤਾਂ ਆਪਾਂ ਤਾਂ ਹੀ ਮਾਰਕਸ obtain ਕਰਕੇ ਚੱਲ ਰਹੇ ਹਾਂ। ਜਿਨ੍ਹਾਂ ਦੇ ਮਾਰਕਸ 20 ਤੇ 25 ਦੇ ਵਿੱਚ ਆਏ ਨੇ ਉਹ ਕਿੰਨੇ ਬੱਚੇ ਨੇ, 6 ਬੱਚੇ ਨੇ। ਠੀਕ ਹੈ, ਇਹ ਨਾਲ ਫ੍ਰੀਕੁਐਂਸੀ ਗਿਵਨ ਹੁੰਦੀ ਹੈ। ਹੁਣ ਇਹ ਤਾਂ ਸੀਗਾ ਤੁਹਾਡੀ ਇੰਡੀਵਿਜੂਅਲ ਸੀਰੀ, ਡਿਸਕ੍ਰੀਟ ਸੀਰੀ ਤੇ ਕੰਟੀਨਿਊ ਸੀਰੀਜ਼। ਇਹਨਾਂ ਦੀ ਪਹਿਚਾਣ, ਜੇਕਰ ਇਕੱਲੀ ਸੀਰੀਜ਼ ਗਿਵਨ ਹੈ ਤਾਂ ਉਹ ਐਕਸ ਹੋ ਗਈ, ਜੇ ਨਾਲ ਫ੍ਰੀਕੁਐਂਸੀ ਗਿਵਨ ਹੈ ਤਾਂ ਡਿਸਕ੍ਰੀਟ ਸੀਰੀ ਹੋ ਗਈ, ਜੇ ਕਲਾਸ ਇੰਟਰਵਲ ਗਿਵਨ ਹੈ ਤਾਂ ਕੀ ਹੋਗੀ, ਕੰਟੀਨਿਊ ਸੀਰੀ। ਠੀਕ ਹੈ, ਸੌਖਾ ਹੀ ਹੈ ਨਾ, ਕੁਛ ਵੀ ਔਖਾ ਨਹੀਂ ਹੈਗਾ। ਇਹ ਤਾਂ ਤੁਸੀਂ ਜਦੋਂ ਹਜੇ ਆਪਾਂ ਸਟਾਰਟ ਕਰਾਂਗੇ ਉਦੋਂ ਤੁਹਾਨੂੰ ਇਹ ਚੀਜ਼ਾਂ ਤਾਂ ਬਹੁਤ ਈਜ਼ਲੀ ਸਮਝ ਆ ਜਾਣਗੀਆਂ। ਹੁਣ ਤੁਸੀਂ ਐਸੇ ਚੈਪਟਰ ਦੇ ਵਿੱਚ ਤੁਹਾਨੂੰ ਨਿਊਮੈਰੀਕਲ ਬਹੁਤ ਈਜ਼ੀ ਆਉਣਗੇ। ਇਹ ਚੈਪਟਰ ਬਹੁਤ ਈਜ਼ੀ ਹੈ। ਨਿਊਮੈਰੀਕਲ ਕਿਸ ਤਰ੍ਹਾਂ ਦੇ ਆਉਣਗੇ ਕਿ ਤੁਹਾਨੂੰ ਕੀ ਹੈ, ਸਪੋਜ਼ ਕਲਾਸ ਇੰਟਰਵਲ ਗਿਵਨ ਹੋਣਗੇ, ਨਾਲ ਤੁਹਾਨੂੰ ਗਿਵਨ ਹੋਏਗੀ ਫ੍ਰੀਕੁਐਂਸੀ। ਤੁਹਾਨੂੰ ਕਹਿਣਗੇ ਕਿਊਮੂਲੇਟਿਵ ਫ੍ਰੀਕੁਐਂਸੀ ਬਣਾਓ, ਤੁਹਾਨੂੰ ਕਹਿਣਗੇ ਕਿਊਮੂਲੇਟਿਵ ਫ੍ਰੀਕੁਐਂਸੀ ਬਣਾਓ। ਉਹ ਕਿਵੇਂ ਬਣਾਉਣੀ ਹੁੰਦੀ ਹੈ, ਸੀ ਜਿਹੜੀ ਐਫ ਹੈ, ਐਫ ਪਹਿਲਾਂ ਕਿੰਨੀ ਹੈ, 3। 3 ਦੇ ਵਿੱਚ 5 ਐਡ ਕੀਤੇ 8, 8 ਦੇ ਵਿੱਚ 4 ਐਡ ਕੀਤੇ 12, 12 ਦੇ ਵਿੱਚ 7 ਐਡ ਕੀਤੇ 19, 19 ਦੇ ਵਿੱਚ 6 ਐਡ ਕੀਤੇ 25, ਜਾਣੀ ਕਿ ਇਹ ਤੁਹਾਡੀ ਕਿਊਮੂਲੇਟਿਵ ਫ੍ਰੀਕੁਐਂਸੀ ਬਣ ਗਈ। ਜੇ ਕਿਊਮੂਲੇਟਿਵ ਫ੍ਰੀਕੁਐਂਸੀ ਬਣਾਉਣੀ ਤਾਂ ਕਿਵੇਂ ਬਣੇਗੀ, ਪਹਿਲਾਂ C3 ਉਵੇਂ 3 ਦੇ ਵਿੱਚ 5 ਐਡ ਕਰਤੇ 8, ਜਿਹੜਾ 8 ਆਇਆ ਉਸ 8 ਦੇ ਵਿੱਚ 4 ਐਡ ਕਰਤੇ 12, 12 ਦੇ ਵਿੱਚ 7 ਐਡ ਕੀਤੇ 19, 19 ਦੇ ਵਿੱਚ 6 ਐਡ ਕੀਤੇ 25। ਹੁਣ ਜੇ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਆ ਜਾਏ ਕੋਈ ਵੀ ਸੀਰੀ ਗਿਵਨ ਹੈ, ਸਪੋਜ਼ 4 7 11 15 18, ਤੁਹਾਨੂੰ ਪੇਪਰ ਦੇ ਵਿੱਚ ਨਿਊਮੈਰੀਕਲ ਆ ਸਕਦਾ 2 ਜਾਂ 1 ਮਾਰਕਸ ਦਾ, ਕਿ ਦੱਸੋ ਇਹ ਫ੍ਰੀਕੁਐਂਸੀ ਗਿਵਨ ਹੈ ਜਾਂ ਕਿਊਮੂਲੇਟਿਵ ਫ੍ਰੀਕੁਐਂਸੀ ਗਿਵਨ ਹੈ। ਤਾਂ ਪਹਿਚਾਣ ਕੀ ਹੋਏਗੀ, ਜੇਕਰ ਤੁਹਾਨੂੰ ਸੀਰੀ ਅਸੈਂਡਿੰਗ ਆਰਡਰ ਦੇ ਵਿੱਚ ਹੈ, ਲਗਾਤਾਰ ਵੱਧਦੀ ਜਾ ਰਹੀ ਹੈ, ਤਾਂ ਉਹ ਕੀ ਹੁੰਦੀ ਹੈ, ਕਿਊਮੂਲੇਟਿਵ ਫ੍ਰੀਕੁਐਂਸੀ ਹੁੰਦੀ ਹੈ। ਆ ਦੇਖੋ 4 7 11 15 18, ਇਹ ਅਸੈਂਡਿੰਗ ਆਰਡਰ ਦੇ ਵਿੱਚ ਹੈ ਨਾ, ਕਿਤੇ ਘੱਟ ਵੱਧ ਤਾਂ ਨਹੀਂ ਨਾ ਰਹੇਗੀ, ਲਗਾਤਾਰ ਵੱਧਦੀ ਜਾ ਰਹੀ ਹੈ ਤਾਂ ਉਹ ਕਿਊਮੂਲੇਟਿਵ ਫ੍ਰੀਕੁਐਂਸੀ ਹੁੰਦੀ ਹੈ। ਲੇਕਿਨ ਜੇ ਕਿਤੋਂ ਵਧੇ ਕਿਤੋਂ ਘਟੇ ਤਾਂ ਉਹ ਫ੍ਰੀਕੁਐਂਸੀ ਗਿਵਨ ਹੁੰਦੀ ਹੈ। ਜਿਵੇਂ ਆਹ
3 आ गई, 5 ਵੱਧ ਰਹੀ ਹੈ, 7 ਵੱਧ ਰਹੀ ਹੈ, ਪਰ ਲੇਕਿन 7 ਤੋਂ ਬਾਅਦ ਕੀ ਹੈ 4 ਘਟ ਗਈ ਨਾ, ਫਿਰ 4 ਤੋਂ ਬਾਅਦ 3 ਘਟ ਗਈ, ਤਾਂ ਇਹ ਕੀ ਹੋਏਗੀ ਫ੍ਰੀਕੁਐਂਸੀ। ਜਿਵੇਂ ਹੁਣ ਇੱਕ ਆਪਾਂ ਐਗਜ਼ਾਮਪਲ ਹੋਰ ਲਿੱਤੀ ਸੀਗੀ, ਉਹ ਵੀ ਹਾਂ 3 ਫਿਰ 5 ਫਿਰ 4 ਘਟ ਗਈ, ਫਿਰ ਵੱਧ ਗਈ 7 ਹੋ ਗਈ, ਫਿਰ ਘਟ ਗਈ, ਠੀਕ ਹੈ। ਜਿਹੜੀ ਵੱਧ ਵੀ ਰਹੀ ਹੈ, ਕਦੇ ਵੱਧ ਗਈ ਕਦੇ ਘਟ ਗਈ, ਉਹ ਤਾਂ ਕੀ ਹੁੰਦੀ ਹੈ ਫ੍ਰੀਕੁਐਂਸੀ। ਲੇਕਿਨ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਹੈ ਅਸੈਂਡਿੰਗ ਆਰਡਰ ਦੇ ਵਿੱਚ ਹੈ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਹੈ, ਕੁਝ ਵੀ ਹੋ ਸਕਦਾ, ਜਾਂ ਤਾਂ ਲਗਾਤਾਰ ਵਧੀ ਜਾਂਦੀ ਹੈ ਜਾਂ ਘਟੀ ਜਾਂਦੀ ਹੈ, ਤਾਂ ਉਹ ਕੀ ਹੁੰਦੀ ਹੈ ਕਿਊਮੂਲੇਟਿਵ ਫ੍ਰੀਕੁਐਂਸੀ ਹੁੰਦੀ ਹੈ। ਕਲੀਅਰ, ਫ੍ਰੀਕੁਐਂਸੀ ਕਿਊਮੂਲੇਟਿਵ ਫ੍ਰੀਕੁਐਂਸੀ ਕਲੀਅਰ ਹੋ ਗਿਆ ਤੁਹਾਨੂੰ। ਚਲੋ ਠੀਕ ਹੈ। ਇਸ ਤੋਂ ਬਾਅਦ ਤੁਹਾਨੂੰ ਇੱਕ ਟੌਪਿਕ ਆ ਜਾਂਦਾ ਹੈ ਮਿਡ ਵੈਲਿਊ। ਮਿਡ ਵੈਲਿਊ, ਮਿਡ ਵੈਲਿਊ ਨਿਕਾਲੋ। ਤੇ ਮਿਡ ਵੈਲਿਊ ਹਮੇਸ਼ਾ ਕਿੰਦੀ ਨਿਕਲਦੀ ਹੈ ਕਲਾਸ ਇੰਟਰਵਲ ਦੀ, ਜਾਣੀ ਕਿ ਤੁਹਾਨੂੰ ਕਲਾਸ ਇੰਟਰਵਲ ਗਿਵਨ ਹੈ, ਠੀਕ ਹੈ। ਕਲਾਸ ਇੰਟਰਵਲ ਗਿਵਨ ਹੈ 0 ਤੋਂ 5, 5 ਤੋਂ 10, 10 ਤੋਂ 15, 15 ਤੋਂ 20, 20 ਤੋਂ 25, ਠੀਕ ਹੈ। ਤੁਹਾਨੂੰ ਕਿਹਾ ਗਿਆ ਕਿ ਇਹਦੀ ਮਿਡ ਵੈਲਿਊ ਨਿਕਾਲੋ, ਠੀਕ ਹੈ। ਜਿਹੜੀ ਮਿਡ ਵੈਲਿਊ ਹੈ, ਮਿਡ ਵੈਲਿਊ ਨਿਕਾਲਣ ਦਾ ਫਾਰਮੂਲਾ ਕੀ ਹੁੰਦਾ ਵਾ, ਇਹਦਾ ਫਾਰਮੂਲਾ ਹੁੰਦਾ ਮਿਡ ਵੈਲਿਊ ਦਾ L1 + L2 ਓਵਰ 2। ਮਿਡ ਵੈਲਿਊ ਨਿਕਾਲਣ ਦਾ ਫਾਰਮੂਲਾ ਕੀ ਹੁੰਦਾ L1 + L2 ਓਵਰ 2। ਹੁਣ ਇਹ L1 ਕੀ ਹੈ ਤੇ L2 ਕੀ ਹੈ। L1 ਦਾ ਮਤਲਬ ਹੁੰਦਾ ਵੈ ਲੋਅਰ ਲਿਮਿਟ, L1 ਦਾ ਮਤਲਬ ਕੀ ਹੁੰਦਾ ਵੈ ਲੋਅਰ ਲਿਮਿਟ, ਤੇ L2 ਦਾ ਮਤਲਬ ਕੀ ਹੁੰਦਾ ਵੈ ਅਪਰ ਲਿਮਿਟ, ਠੀਕ ਹੈ। L1 ਦਾ ਮਤਲਬ ਕੀ ਹੁੰਦਾ ਵੈ ਲੋਅਰ ਲਿਮਿਟ, L2 ਦਾ ਮਤਲਬ ਕੀ ਹੁੰਦਾ ਅਪਰ ਲਿਮਿਟ, ਜਾਣੀ ਕਿ ਲੋਅਰ ਲਿਮਿਟ ਤੇ ਅਪਰ ਲਿਮਿਟ ਦੋਵਾਂ ਨੂੰ ਪਲੱਸ ਕਰ ਦਿਓ ਤੇ ਉਹਨੂੰ 2 ਨਾਲ ਡਿਵਾਈਡ ਕਰ ਦਿਓ। ਹੁਣ ਲੋਅਰ ਲਿਮਿਟ ਤੇ ਅਪਰ ਲਿਮਿਟ ਕੀ ਹੁੰਦੀ ਹੈ, ਜਿਹੜਾ ਤੁਹਾਨੂੰ ਕਲਾਸ ਇੰਟਰਵਲ ਗਿਵਨ ਹੈ 0 ਤੋਂ 5, ਜਿਹੜਾ 0 ਹੁੰਦਾ ਵੈ ਉਹ ਕੀ ਹੁੰਦੀ ਹੈ ਲੋਅਰ, ਜਿਹੜਾ 5 ਹੈ ਉਹ ਕੀ ਹੈ ਅਪਰ ਲਿਮਿਟ। ਹੁਣ ਤਾਂ ਕਲੀਅਰ ਹੋ ਗਿਆ ਨਾ। ਜਿਹੜਾ 5 0 ਹੈ ਉਹ ਕੀ ਹੈ ਲੋਅਰ ਲਿਮਿਟ ਹੈ, ਜਿਹੜੀ 5 ਹੈ ਉਹ ਕੀ ਹੈ ਅਪਰ ਲਿਮਿਟ ਗਿਵਨ ਹੈ, ਠੀਕ ਹੈ। ਤੇ ਮਿਡ ਵੈਲਿਊ ਨਿਕਾਲਣ ਦਾ ਫਾਰਮੂਲਾ ਕੀ ਹੈ L1 + L2 ਕਰ ਦਿਓ। L1 ਕੀ ਹੋ ਗਈ 0, L2 ਕੀ ਹੋ ਗਈ 5, ਜਾਣੀ ਕਿ 0 + 5 ਓਵਰ 2 ਕਿੰਨਾ ਬਣ ਗਿਆ 2 ਓਵਰ 5। ਹੁਣ ਇਹ ਵੀ 5 ਓਵਰ 10 ਦਾ ਨਿਕਾਲੋ, 5 + 10 ਓਵਰ 2 25 ਓਵਰ 2 ਕਿੰਨਾ ਹੋ ਗਿਆ 12.5, 15 + 25 20 ਓਵਰ 2 35 ਓਵਰ 2 17.5, ਠੀਕ ਹੈ। ਇਸੇ ਤਰ੍ਹਾਂ ਹੀ 20 + 25 ਓਵਰ 2 45 ਓਵਰ 2 22.5। ਇਹ ਸਾਡੀ ਕੀ ਆ ਗਈਆਂ ਮਿਡ ਵੈਲਿਊ ਆ ਗਈਆਂ। ਕਲੀਅਰ, ਕੋਈ ਕਨਫਿਊਜ਼ਨ ਵਾਲੀ ਗੱਲ ਤਾਂ ਨਹੀਂ ਹੈਗੀ। ਮਿਡ ਵੈਲਿਊ ਨਿਕਾਲਣ ਦਾ ਫਾਰਮੂਲਾ ਕੀ ਹੁੰਦਾ L1 + L2 ਓਵਰ 2। ਇਹ ਜਦੋਂ ਆਪਾਂ ਸਟਾਰਟ ਕਰਾਂਗੇ ਨਾ ਇਹ ਤੁਹਾਨੂੰ ਈਜ਼ੀਲੀ ਸਮਝ ਆ ਜਾਣਗੇ। ਹੁਣ ਤੁਸੀਂ ਸਟੈਟ ਨੂੰ ਦੇਖ ਕੇ ਕਈ ਬੱਚੇ ਜਦੋਂ ਆ ਟੌਪਿਕ ਕਰਵਾ ਰਹੀ ਦੇਖ ਕੇ ਡਰ ਨਹੀਂ ਜਾਣਾ ਕਿ ਸਟੈਟ ਆ ਗਿਆ ਸਾਡੇ ਤੋਂ ਹੋਣਾ ਨਹੀਂ, ਭੱਜ ਨਾ ਜਾਈਓ, ਠੀਕ ਹੈ। ਕਿਤੇ ਇਕਨੋਮਿਕਸ ਹੀ ਛੱਡ ਦਿਓ, ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ, ਬਹੁਤ ਈਜ਼ੀ ਹੈ। ਜਦੋਂ ਆਪਾਂ ਕੰਟੀਨਿਊ ਰਿਵੀਜ਼ਨ ਕਰਾਂਗੇ ਤਾਂ ਆਪਾਂ ਨੂੰ ਸਮਝ ਆ ਜਾਊਗਾ, ਸੌਖਾ ਹੀ ਹੈ, ਠੀਕ ਹੈ। ਇਸ ਤੋਂ ਇਲਾਵਾ ਤੁਹਾਡੀ ਬੁੱਕ ਦੇ ਵਿੱਚ ਇੱਕ ਟੌਪਿਕ ਹੋਰ ਹੈ, ਹੋਰ ਜ਼ਿਆਦਾ ਨਹੀਂ ਕਰਵਾਉਂਦੀ, ਕਨਫਿਊਜ਼ ਹੋ ਜਾਓਗੇ। ਤੁਹਾਡੇ ਬੁੱਕ ਦੇ ਵਿੱਚ ਐਕਸਰਸਾਈਜ਼ ਹੈਗੇ ਸਾਰੇ ਕਰ ਲੈਣੀ ਹੈ, ਠੀਕ ਹੈ। ਇੰਡੀਵਿਜੂਅਲ ਸੀਗੀ, ਡਿਸਕ੍ਰੀਟ ਸੇ ਤੇ ਕੰਟੀਨਿਊਸਲੀ ਕੀਤੀ ਹੈ। ਫ੍ਰੀਕੁਐਂਸੀ ਗਿਵਨ ਹੋਏਗੀ ਤਾਂ ਕਿਊਮੂਲੇਟਿਵ ਫ੍ਰੀਕੁਐਂਸੀ ਕਿਵੇਂ ਬਣਾਉਣੀ ਹੈ, ਬਸ ਪਲੱਸ ਕਰਦੇ ਜਾਓ, ਕਿਊਮੂਲੇਟਿਵ ਫ੍ਰੀਕੁਐਂਸੀ ਬਣ ਗਈ। ਕਲੀਅਰ। ਤੇ ਜੇਕਰ ਕਲਾਸ ਇੰਟਰਵਲ ਦੀ ਤੁਸੀਂ ਮਿਡ ਵੈਲਿਊ ਨਿਕਾਲਣੀ ਹੈ ਤਾਂ ਕੀ ਕਰਨਾ ਹੈ 0 ਤੇ ਪਲੱਸ ਨੂੰ ਪਲੱਸ ਕਰਕੇ ਦੋਵਾਂ ਨੂੰ ਡਿਵਾਈਡ 2 ਨਾਲ, ਦੋਵਾਂ ਨੂੰ ਪਲੱਸ ਕਰਕੇ ਡਿਵਾਈਡ 2 ਨਾਲ, ਦੋਵਾਂ ਨੂੰ ਪਲੱਸ ਡਿਵਾਈਡ 2, ਦੋਵਾਂ ਨੂੰ ਪਲੱਸ ਡਿਵਾਈਡ 2, 20 + 25 ਦੋਵਾਂ ਨੂੰ ਪਲੱਸ ਕਰ ਦਿਓ ਡਿਵਾਈਡ 2 ਕਰ ਦਿਓ, ਬਸ ਕਲੀਅਰ, ਠੀਕ ਹੈ। ਇੱਕ ਤੁਹਾਨੂੰ ਟੌਪਿਕ ਪੇਪਰ ਦੇ ਵਿੱਚ ਆ ਜਾਂਦਾ ਵੈ ਬਿਲਕੁਲ ਬੱਚਿਆਂ ਵਾਲਾ ਕੰਮ, ਅਸੈਂਡਿੰਗ ਆਰਡਰ ਡਿਸੈਂਡਿੰਗ ਆਰਡਰ। ਹੁਣ ਇਹ ਦੱਸਣ ਦੀ ਜ਼ਰੂਰਤ ਹੈਗੀ ਹੈ, ਚਲੋ ਜੇ ਸਿਲੇਬਸ 'ਚ ਤਾਂ ਆਪ ਨੂੰ ਕਰਨਾ ਪਊਗਾ ਇੱਕ ਵਾਰ। ਅਸੈਂਡਿੰਗ ਆਰਡਰ ਦਾ ਮਤਲਬ ਕੀ ਹੁੰਦਾ ਹੈ ਵਾਧੇ ਕ੍ਰਮ ਦੇ ਵਿੱਚ ਲਿਖਣਾ। ਤੁਹਾਨੂੰ ਜਿਵੇਂ ਕੋਈ ਵੀ ਸੀਰੀ ਗਿਵਨ ਹੈ 5 4 7 9 8 6 3, ਤੁਹਾਨੂੰ ਪੇਪਰ ਦੇ 'ਚ ਸੀਰੀ ਆ ਗਈ ਤੇ ਕਹਤਾ ਕਿ ਇਹਨੂੰ ਅਸੈਂਡਿੰਗ ਆਰਡਰ 'ਚ ਲਿਖੋ। ਬੱਚੇ ਉਲਟ ਕਰ ਦਿੰਦੇ ਨੇ, ਅਸੈਂਡਿੰਗ ਨੂੰ ਡਿਸੈਂਡਿੰਗ ਬਣਾ ਦਿੰਦੇ ਨੇ, ਡਿਸੈਂਡਿੰਗ ਨੂੰ ਅਸੈਂਡਿੰਗ ਬਣਾ ਦਿੰਦੇ ਨੇ, ਠੀਕ ਹੈ। ਇਸ ਚੀਜ਼ ਦਾ ਤੁਸੀਂ ਕੀ ਹੈ ਧਿਆਨ ਰੱਖਣਾ ਹੈ। ਅਸੈਂਡਿੰਗ ਦਾ ਮਤਲਬ ਹੁੰਦਾ ਕਿ ਵਾਧੇ ਕ੍ਰਮ ਦੇ ਵਿੱਚ ਲਿਖਣਾ, ਜਾਣੀ ਕਿ ਪਹਿਲਾਂ ਸਭ ਤੋਂ ਛੋਟੀ ਫਿਰ ਉਸ ਤੋਂ ਵੱਡੀ ਵੱਡੀ ਲਿਖਦੇ ਜਾਣਾ ਹੈ। ਜਾਣੀ ਕਿ ਸਭ ਤੋਂ ਛੋਟੀ ਕਿੰਨੀ ਹੋ ਗਈ 3, ਫਿਰ ਕੀ ਆ ਜਾਏਗੀ 4, ਉਸ ਤੋਂ ਬਾਅਦ ਕੀ ਆ ਜਾਏਗੀ 5, ਫਿਰ ਕੀ ਆ ਜਾਏਗੀ 6, ਫਿਰ ਕੀ ਆ ਜਾਏਗੀ 7, ਫਿਰ ਕੀ ਆ ਜਾਏਗੀ 8, ਫਿਰ ਕੀ ਆ ਜਾਏਗੀ 9। ਕਲੀਅਰ। ਹੁਣ ਜੇ ਆਪਾਂ ਕਲਾਸ ਦੇ ਵਿੱਚ ਆਫਲਾਈਨ ਪੜ੍ਹ ਰਹੇ ਹੁੰਦੇ ਤਾਂ ਮੈਂ ਖੁਦ ਬੋਰਡ 'ਤੇ ਕਰ ਹੁੰਦੀ ਤੇ ਤੁਹਾਡੇ ਤੋਂ ਸੋਲਵ ਕਰਵਾ ਲੈਂਦੀ, ਨਾਲੇ ਤੁਹਾਡੀ ਪ੍ਰੈਕਟਿਸ ਹੋ ਜਾਂਦੀ। ਹੁਣ ਮੈਨੂੰ ਖੁਦ ਹੀ ਦੱਸਣਾ ਪੈ ਰਿਹਾ, ਨਹੀਂ ਤਾਂ ਮੈਂ ਤੁਹਾਡੇ ਤੋਂ ਕਰਵਾਉਂਦੀ। ਡਿਸੈਂਡਿੰਗ ਆਰਡਰ ਦਾ ਮਤਲਬ ਕੀ ਹੁੰਦਾ ਵੈ ਘੱਟਦੇ ਕ੍ਰਮ ਦੇ ਵਿੱਚ ਲਿਖਣਾ, ਜਾਣੀ ਕਿ ਪਹਿਲਾਂ ਸਭ ਤੋਂ ਵੱਡੀ ਲਿਖਣੀ, ਫਿਰ ਉਸ ਤੋਂ ਛੋਟੀ, ਫਿਰ ਉਸ ਤੋਂ ਛੋਟੀ, ਫਿਰ ਉਸ ਤੋਂ ਛੋਟੀ। ਸਭ ਤੋਂ ਵੱਡੀ ਕਿਹੜੀ ਹੈ 9, ਫਿਰ ਕੀ ਆ ਜਾਏਗੀ 8, ਜਾਣੀ ਕਿ ਇਹਨੂੰ ਉਲਟ ਕਰ ਦਿਓ, ਠੀਕ ਹੈ। 7, ਫਿਰ 6, ਫਿਰ 5, ਫਿਰ 4, ਫਿਰ 3। ਇਹ ਪੇਪਰ 'ਚ ਕੁਐਸਚਨ ਆ ਜਾਂਦਾ ਅਸੈਂਡਿੰਗ ਤੇ ਡਿਸੈਂਡਿੰਗ ਆਰਡਰ ਦੇ ਵਿੱਚ ਲਿਖਣਾ, 2 ਮਾਰਕਸ ਦਾ ਕੁਐਸਚਨ, ਠੀਕ ਹੈ। ਮੈਂ ਤਕਰੀਬਨ ਜ਼ਿਆਦਾਤਰ ਪਾਈ ਦਿੰਦੀ ਹੁੰਦੀ ਹਾਂ ਵਾਲਾ ਕੁਐਸਚਨ, ਪਰ ਬੱਚੇ ਫਿਰ ਵੀ ਇਹ ਗਲਤ ਕਰ ਦਿੰਦੇ ਨੇ। 50 ਦੇ ਵਿੱਚੋਂ ਕੋਈ ਹੋਣਗੇ ਮਸਾਂ ਹੀ ਜਿਹੜੇ 20 ਜਾਂ 25 ਸਟੂਡੈਂਟਸ ਜਿਹੜੇ ਠੀਕ ਕਰਦੇ ਨੇ, ਕਿਉਂਕਿ ਅਸੈਂਡਿੰਗ ਦਾ ਉਹ ਕੀ ਬਣਾ ਦਿੰਦੇ ਨੇ ਡਿਸੈਂਡਿੰਗ। ਲਿਖਣਾ ਤਾਂ ਵਾਧੇ ਕ੍ਰਮ ਦੇ ਵਿੱਚ ਹੁੰਦਾ, ਅਸੈਂਡਿੰਗ ਆਰਡਰ 'ਚ ਲਿਖਣਾ ਹੁੰਦਾ, ਲਿਖ ਕੇ ਦਿੰਦੇ ਨੇ ਡਿਸੈਂਡਿੰਗ ਆਰਡਰ ਦੇ ਵਿੱਚ। ਜਾਂ ਕੋਈ ਨਾ ਕੋਈ ਸੀਰੀਜ਼ ਦੀ ਕੋਈ ਆਈਟਮ ਜਿਹੜੀ ਹੈਗੀ ਹੈ
ਇਹ ਸੀਰੀਜ਼ ਦੇ ਜਿੰਨੇ ਵੀ ਆਈਟਮਸ ਹੈ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਸੀਰੀਜ਼ ਕੀ ਕਰ ਦਿੰਦੇ ਨੇ, ਸਕਿਪ ਕਰ ਦਿੰਦੇ ਨੇ, ਤਾਂ ਵੀ ਮਾਰਕਸ ਕੱਟਿਆ ਜਾਏਗਾ। ਠੀਕ ਹੈ, ਕਿਉਂਕਿ ਤੁਸੀਂ ਛੋਟੇ ਬੱਚੇ ਤਾਂ ਨਹੀਂ ਨਾ ਨਰਸਰੀ ਕੇਜੀ ਆ ਫਸਟ ਸੈਕਿੰਡ ਵਾਲੇ ਕਿ ਚਲੋ ਇਸ ਅਵੋਇਡ ਕਰ ਦਈਏ, ਇਸ ਕਰਕੇ ਉਹ ਮਾਰਕਸ ਕੱਟੇ ਜਾਂਦੇ ਨੇ। ਠੀਕ ਹੈ, ਕਲੀਅਰ। ਬਸ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਜੇ ਕਿਸੇ ਨੂੰ ਕੋਈ ਪ੍ਰੋਬਲਮਸ ਹੋਈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਕੀ ਹੈ ਪੁੱਛ ਸਕਦੇ ਹੋ। ਓਕੇ, ਥੈਂਕ ਯੂ।